ਬੱਚਿਓ, ਵੈਲਕਮ ਲਾਈਵ ਦੇ ਅੱਜ ਦੀ ਸੈਸ਼ਨ 'ਚ ਤੁਹਾਡਾ ਸਵਾਗਤ। ਮੈਂ ਤੁਹਾਡੇ ਰੂਬਰੂ ਹਾਂ ਜਗਜੀਤ, ਲੈਕਚਰ ਅੰਗਰੇਜ਼ੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਤੋਂ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਵੈਲਕਮ ਲਾਈਵ ਜੋ ਕਿ ਆਪਣੇ ਇਸ ਵਿਦਿਅਕ ਵਰ੍ਹੇ 'ਚ ਨਵਾਂ ਵਿਸ਼ਾ ਐਡ ਕੀਤਾ ਗਿਆ ਹੈ, ਤਾਂ ਇਸ ਵਿਸ਼ੇ ਦੇ ਨਾਲ ਸੰਬੰਧਿਤ ਵੱਖ-ਵੱਖ ਬੜੇ ਦਿਲਚਸਪ ਟੌਪਿਕਸ ਜਿਹੜੇ ਨੇ ਉਹ ਹਰ ਰੋਜ਼ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਹੈ। ਦੂਰਦਰਸ਼ਨ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਪਹੁੰਚ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਸੰਬੰਧਿਤ ਕਿਤਾਬਾਂ ਵੀ ਜਿਹੜੀਆਂ ਤੁਹਾਡੇ ਕੋਲ ਪਹੁੰਚ ਚੁੱਕੀਆਂ। ਤਾਂ ਤੁਸੀਂ ਦੇਖਿਆ ਹੋਏਗਾ ਕਿ ਇਹ ਜਿਹੜਾ ਵਿਸ਼ਾ ਹੈ ਇਹ ਐਕਟੀਵਿਟੀ ਬੇਸਡ ਵਿਸ਼ਾ ਹੈ, ਜਿਹੜਾ ਕਿ ਅੱਜ ਦੀਆਂ ਜ਼ਰੂਰੀ ਨੈਤਿਕ ਕਦਰਾਂ ਕੀਮਤਾਂ ਇਨਕਲਕੇਟ ਕਰਨ ਦੇ ਵਿੱਚ ਸਹਾਈ ਹੋਵੇਗਾ। ਤਾਂ ਜੋ ਅੱਜ ਦਾ ਵਿਸ਼ਾ ਹੈ ਉਹ ਹੈ 9ਵੀਂ ਜਮਾਤ ਦਾ ਸਵੈ ਚੇਤਨਾ ਵਿਸ਼ਾ। ਆਪਾਂ ਸਭ ਨੂੰ ਪਤਾ ਹੈ ਕਿ ਇਨਸਾਨ ਜਿਹੜਾ ਹੈ ਉਹ ਸ਼ੁਰੂ ਤੋਂ ਹੀ, ਜਦੋਂ ਤੋਂ ਹੀ ਹੋਂਦ 'ਚ ਆਇਆ ਹੈ, ਉਹ ਜੰਗਲਾਂ ਦੇ ਵਿੱਚ ਭਟਕਦਾ ਰਿਹਾ ਹੈ ਆਪਣੀ ਪਹਿਚਾਣ ਲੱਭਣ ਦੇ ਲਈ। ਵੱਡੇ ਵੱਡੇ ਰਿਸ਼ੀ ਮੁਨੀ ਤਪੱਸਿਆ ਕਰਦੇ ਕਰਦੇ ਪਹਾੜਾਂ 'ਤੇ ਚਲੇ ਜਾਂਦੇ ਹੈ, ਸਿਰਫ ਇੱਕ ਸਵੈ ਦੀ ਖੋਜ ਵਾਸਤੇ। ਆਪਾਂ ਨੂੰ ਪਤਾ ਹੈ ਕਿ ਇਨਸਾਨ ਸਮਾਜਿਕ ਪ੍ਰਾਣੀ ਹੈ। ਉਸਨੇ ਸਮਾਜ ਦੇ ਵਿੱਚ ਰਹਿੰਦੇ ਹੋਏ ਆਪਣੇ ਅਲੱਗ-ਅਲੱਗ ਰਿਸ਼ਤੇ ਨਿਭਾਉਂਦੇ ਹੋਏ ਸਹੀ ਢੰਗ ਦੇ ਨਾਲ ਐਡਜਸਟਮੈਂਟ ਕਰਦੇ ਹੋਏ ਆਪਣਾ ਜੀਵਨ ਬਿਤਾਉਣਾ ਹੁੰਦਾ ਹੈ। ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ ਕਿ ਇਨਸਾਨ ਆਪਣੀ ਖੁਦ ਨੂੰ ਪਹਿਚਾਨੇ। ਜਿੰਨੀ ਦੇਰ ਤੱਕ ਇਨਸਾਨ ਆਪਣੇ ਸਵੈ ਦੀ ਪਹਿਚਾਣ ਨਹੀਂ ਕਰ ਪਾਉਂਦਾ, ਉਨੀ ਦੇਰ ਤੱਕ ਆਪਾਂ ਉਸ ਦਾ ਦੂਜਿਆਂ ਦੇ ਪ੍ਰਤੀ ਰਵੱਈਆ, ਦੂਜਿਆਂ ਦੇ ਪ੍ਰਤੀ ਵਿਵਹਾਰ ਜੱਜ ਨਹੀਂ ਕਰ ਸਕਦੇ, ਕਿਉਂਕਿ ਇਨਸਾਨ ਆਪਣੇ ਆਪ ਦੇ ਵਿੱਚ ਇੱਕ ਗੁੰਝਲਦਾਰ ਪਹੇਲੀ ਹੈ। ਆਪਾਂ ਜੇ ਕਹੀਏ ਕਿ ਜੋ ਇਨਸਾਨ ਆਪਾਂ ਨੂੰ ਸਾਹਮਣੇ ਨਜ਼ਰ ਆਉਂਦਾ ਹੈ ਉਹ ਅਸਲ 'ਚ ਉਵੇਂ ਹੀ ਹੈ, ਤਾਂ ਇਹ ਬਿਲਕੁਲ ਗਲਤ ਹੋਏਗਾ। ਵੱਡੇ ਵੱਡੇ ਮਨੋਵਿਗਿਆਨੀ, ਵੱਡੇ ਵੱਡੇ ਫਿਲੋਸਫਰਸ ਇਸ ਸੰਬੰਧ ਦੇ ਵਿੱਚ ਕਾਫੀ ਆਪਣੀਆਂ ਥਿਊਰੀਜ਼ ਦੇ ਚੁੱਕੇ ਹੈ, ਜਿਨ੍ਹਾਂ ਦੇ ਵਿੱਚ ਦੱਸਿਆ ਹੈ ਕਿ ਮਨੁੱਖੀ ਮਨ ਜਿਹੜਾ ਹੈ ਉਹ ਸਿਰਫ ਕੌਨਸ਼ੀਅਸ ਮਾਈਂਡ ਹੀ ਨਹੀਂ ਹੁੰਦਾ, ਬਲਕਿ ਬਹੁਤ ਸਾਰਾ ਮਨ ਦਾ ਭਾਗ ਜਿਹੜਾ ਹੈ ਉਹ ਅਚੇਤਨ ਮਨ ਹੁੰਦਾ ਹੈ। ਇਨਸਾਨ ਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਸਦੇ ਮਨ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ। ਕਈ ਵਾਰੀ ਇਨਸਾਨ ਇਸ ਤਰ੍ਹਾਂ ਦੀਆਂ ਡ੍ਰੀਮਸ, ਇਸ ਤਰ੍ਹਾਂ ਦੇ ਡਿਜ਼ਾਇਰਸ ਰੱਖ ਲੈਂਦਾ ਹੈ ਜਾਂ ਇਸ ਤਰ੍ਹਾਂ ਦੇ ਗੋਲਸ ਮਿਥ ਲੈਂਦਾ ਹੈ ਜਿਨ੍ਹਾਂ ਤੱਕ ਪਹੁੰਚ ਬਣਾਉਣੀ ਜਿਹੜੀ ਹੈ ਉਹਦੇ ਲਈ ਅਸੰਭਵ ਹੁੰਦੀ ਹੈ। ਤਾਂ ਉਹ ਸਾਰੀ ਉਮਰ ਉਹਨਾਂ ਖੁਆਇਸ਼ਾਂ, ਉਹਨਾਂ ਸੁਪਨਿਆਂ ਦੇ ਪਿੱਛੇ ਭੱਜਦਾ ਰਹਿੰਦਾ ਹੈ। ਤਾਂ ਜੇਕਰ ਅਸੀਂ ਇਹ ਕੋਸ਼ਿਸ਼ ਕਰੀਏ ਕਿ ਤੁਹਾਡੇ ਬਾਲ ਮਨ ਦੇ ਵਿੱਚ, ਬੱਚਿਆਂ ਦੇ ਬਾਲ ਮਨ ਬੜੇ ਕੋਮਲ ਹੁੰਦੇ ਹੈ, ਸੋ ਜੇ ਤੁਸੀਂ ਇਸ ਉਮਰ 'ਚ ਆਪਣੇ ਆਪ ਦੀ ਸਹੀ ਪਹਿਚਾਣ ਕਰ ਲੈਂਦੇ ਹੋ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦੀ। ਹੁਣ ਬੇਟਾ ਤੁਸੀਂ ਸਾਰੇ ਦੇਖਦੇ ਹੋਣੇ ਹੋ, ਸੋਚਦੇ ਹੋਣੇ ਹੋ ਕਿ ਹਰ ਇੱਕ ਇਨਸਾਨ ਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਗੁਣ ਹੁੰਦਾ ਹੈ ਜਿਹੜਾ ਕਿ ਉਸ ਨੂੰ ਦੂਜਿਆਂ ਨਾਲੋਂ ਅਲੱਗ ਕਰਦਾ ਹੈ। ਜੇ ਆਪਾਂ ਗੱਲ ਕਰੀਏ ਕਿ ਸਚਿਨ ਤੇਂਦੁਲਕਰ ਇੱਕ ਕ੍ਰਿਕਟਰ ਨਾ ਹੋ ਕੇ ਅਗਰ ਇੱਕ ਗਾਇਕ ਹੁੰਦੇ ਤਾਂ ਕੀ ਉਹ ਉਨਾ ਸਫਲ ਹੋ ਪਾਉਂਦੇ? ਜਾਂ ਲਤਾ ਮੰਗੇਸ਼ਕਰ ਦੀ ਗੱਲ ਕਰੀਏ, ਅਗਰ ਉਹ ਗਾਇਕਾ ਨਾ ਹੋ ਕੇ ਇੱਕ ਟੀਚਰ ਹੁੰਦੇ ਜਾਂ ਇੱਕ ਡਾਕਟਰ ਹੁੰਦੇ ਤਾਂ ਕੀ ਉਹਨਾਂ ਨੂੰ ਉਨੀ ਹੀ ਪਹਿਚਾਣ, ਉਨੀ ਸਫਲਤਾ ਮਿਲਣੀ ਸੀ ਜੋ ਅੱਜ ਇਸ ਮੁਕਾਮ 'ਤੇ ਉਹ ਅੱਜ ਨੇ? ਸੋ ਹਰ ਇੱਕ ਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਹਿਡਨ ਟੈਲੈਂਟ ਜ਼ਰੂਰ ਹੁੰਦਾ ਹੈ ਜਿਹੜਾ ਕਿ ਕਈ ਵਾਰੀ ਇਨਸਾਨ ਨੂੰ ਖੁਦ ਵੀ ਪਤਾ ਨਹੀਂ ਹੁੰਦਾ। ਆਪਾਂ ਸਕੂਲ 'ਚ ਦੇਖਦੇ ਹਾਂ, ਮੈਂ ਵੀ ਟੀਚਰ ਹਾਂ, ਤਾਂ ਸਕੂਲ 'ਚ ਦੇਖਦੇ ਹਾਂ ਕਈ ਬੱਚੇ ਬਹੁਤ ਵਧੀਆ ਪੇਂਟਿੰਗ ਕਰ ਲੈਂਦੇ ਹੈ, ਕਈ ਬੱਚੇ ਬਹੁਤ ਵਧੀਆ ਸਿੰਗਿੰਗ ਕਰਦੇ ਹੈ, ਕਈ ਬੱਚੇ ਸਾਇੰਸ 'ਚ ਐਕਸੈਲ ਕਰਦੇ ਹੈ, ਜਦੋਂ ਕਿ ਕੁਝ ਬੱਚੇ ਲੈਂਗੁਏਜ ਵਿੱਚ ਮਾਹਿਰ ਹੁੰਦੇ ਹੈ।
ਸੋ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਖਾਸ ਗੁਣ, ਖਾਸ ਕਾਬਲੀਅਤ ਕਿਸੇ ਨਾ ਕਿਸੇ ਫੀਲਡ ਦੀ ਹੁੰਦੀ ਹੈ। ਕੁਦਰਤ ਨੇ ਵੀ ਇਸ ਤਰ੍ਹਾਂ ਹੀ ਬਣਾਇਆ ਹੋਇਆ ਸਭ ਕੁਝ ਇੱਕ ਸੰਤੁਲਨ ਬਣਾਉਣ ਦੇ ਲਈ। ਹੁਣ ਜੇ ਆਪਾਂ ਵਾਟਰ ਐਨੀਮਲਸ ਦੀ ਗੱਲ ਕਰੀਏ, ਮੱਛੀਆਂ ਦੀ ਗੱਲ ਕਰੀਏ, ਮੱਛੀਆਂ ਤੈਰ ਸਕਦੀਆਂ ਪਰ ਉੱਡ ਨਹੀਂ ਸਕਦੀਆਂ। ਇਸੇ ਤਰ੍ਹਾਂ ਹੀ ਪੰਛੀ ਜਿਹੜੇ ਨੇ ਉਹ ਉੱਡ ਸਕਦੇ ਆ, ਦੂਜੇ ਐਨੀਮਲਸ, ਕਈ ਐਨੀਮਲਸ ਨਹੀਂ ਉੱਡ ਸਕਦੇ, ਹੈ ਨਾ। ਸੋ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਸਪੈਸ਼ਲ ਗੁਣ ਹੁੰਦਾ, ਤਾਂ ਆਪਾਂ ਸਾਰਿਆਂ ਨੇ ਉਹ ਗੁਣ ਜਿਹੜਾ ਏ ਉਹ ਆਪਣੇ ਵਿੱਚੋਂ ਤਲਾਸ਼ਣਾ ਹੁੰਦਾ। ਆਪਾਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਹੈ ਕਿ ਆਪਣੇ ਵਿੱਚ ਕਿਹੜਾ ਇਹੋ ਜਿਹਾ ਗੁਣ ਹੈ। ਅੱਜ ਕੱਲ੍ਹ ਦੀ ਟੈਕਨੋਲੋਜੀ ਇੰਨੀ ਫਾਸਟ ਹੈ, ਇੰਟਰਨੈਟ ਦਾ ਯੁੱਗ ਹੈ, ਤਾਂ ਸਾਰੇ ਬੱਚੇ ਹੁਣ ਅੱਜ ਕੱਲ੍ਹ ਜਿਵੇਂ ਪੈਂਡੈਮਿਕ ਦਾ ਦੌਰ ਚੱਲ ਰਿਹਾ ਸੀਗਾ, ਕੋਵਿਡ ਦਾ ਦੌਰ ਚੱਲ ਰਿਹਾ, ਬਹੁਤ ਟਾਈਮ ਹੁੰਦਾ ਤੁਹਾਡੇ ਕੋਲ, ਅੱਜ ਕੱਲ੍ਹ ਫ੍ਰੀ ਟਾਈਮ ਬਹੁਤ ਹੁੰਦਾ, ਤਾਂ ਇਸ ਟਾਈਮ ਨੂੰ ਅਗਰ ਤੁਸੀਂ ਕੰਸਟਰਕਟਿਵ ਵੇ ਦੇ ਨਾਲ ਯੂਟੀਲਾਈਜ਼ ਕਰੋ ਤੇ ਆਪਣੀ ਰੁਚੀ ਨਾਲ ਸੰਬੰਧਿਤ ਵਿਸ਼ੇ ਸਰਚ ਕਰੋ ਨੈਟ ਤੇ, ਤਾਂ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਤੁਸੀਂ ਐਕਚੁਅਲੀ ਲਾਈਫ ਦੇ ਵਿੱਚ ਕਰਨਾ ਕੀ ਚਾਹੁੰਦੇ ਹੋ ਤੇ ਕੀ ਤੁਸੀਂ ਕਰ ਸਕਦੇ ਹੋ, ਤੁਹਾਡੀਆਂ ਲਿਮਿਟੇਸ਼ਨਸ ਕੀ ਨੇ, ਤੁਹਾਡੇ ਕੋਲ ਕਿਹੜੇ ਮੌਕੇ ਹੈ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ, ਤੇ ਤੁਹਾਡੇ ਕੋਲ ਕਿਹੜੀਆਂ ਤੁਹਾਡੀਆਂ ਸਮੱਸਿਆਵਾਂ ਨੇ ਜਿਹੜੀਆਂ ਤੁਹਾਡੇ ਰਸਤੇ 'ਚ ਰੁਕਾਵਟ ਜਿਹੜੀ ਹੈ ਉਹ ਬਣ ਸਕਦੀ ਹੈ। ਤਾਂ ਇਸ ਸਮੇਂ ਨੂੰ ਬਿਲਕੁਲ ਵਧੀਆ ਢੰਗ ਦੇ ਨਾਲ ਸਦਉਪਯੋਗ ਕਰਦੇ ਹੋਏ ਤੁਸੀਂ ਆਪਣੇ ਆਪ ਨੂੰ ਪਹਿਚਾਨੋ। ਕੀ ਹੁੰਦਾ ਹੈ ਕਿ ਆਮ ਰੂਟੀਨ ਦੇ ਵਿੱਚ ਆਪਾਂ ਸਕੂਲ ਜਾਂਦੇ ਹਾਂ, 6 ਘੰਟੇ ਸਕੂਲ ਲੱਗਦਾ ਹੈ, ਉੱਥੇ ਆਪਣਾ ਟਾਈਮ ਸਪੈਂਡ ਕਰ ਆਉਂਦੇ ਹੋ, ਔਰ ਘਰ ਆ ਕੇ ਤੁਸੀਂ ਫਿਰ ਆਪਣੇ ਹੋਮਵਰਕ ਕਰ ਲਿਆ ਜਾਂ ਥੋੜਾ ਟੀਵੀ ਦੇਖ ਲਿਆ, ਪੇਰੈਂਟਸ ਨਾਲ ਟਾਈਮ ਸਪੈਂਡ ਕਰ ਲਿਆ, ਤਾਂ ਇਸ ਤਰ੍ਹਾਂ ਕਰਦੇ ਤੁਹਾਡਾ ਸਾਰਾ ਦਿਨ ਲੰਘ ਜਾਂਦਾ। ਲੇਕਿਨ ਜਿਹੜਾ ਅੱਜ ਕੱਲ੍ਹ ਦਾ ਦਿਨ ਹੈ, ਅੱਜ ਕੱਲ੍ਹ ਤੁਹਾਡੇ ਕੋਲ ਬਹੁਤ ਟਾਈਮ ਹੈ, ਬਹੁਤ ਖੁੱਲ੍ਹਾ ਟਾਈਮ ਹੈ, ਸੋ ਤੁਸੀਂ ਆਪਣੇ ਆਪ ਨੂੰ ਸਰਚ ਕਰੋ। ਆਪਾਂ ਕਹਿੰਦੇ ਹਾਂ ਨਾ ਕਿ ਆਪਾਂ ਲੋਕ ਸਾਰੇ ਦੂਜਿਆਂ ਦੀ ਗੱਲਾਂ 'ਚ ਬਹੁਤ ਮਸਤ ਰਹਿੰਦੇ ਹਾਂ। खुद को कभी फोन लगाकर देखो, नंबर अपना कभी मिलाकर देखो। दूसरों से बातें करने में तो हम सभी मस्त हैं, पर अपने रूट की तो सभी लाइनें व्यस्त हैं। तो कहने का मतलब कि ਆਪਾਂ लोग दूजियां ਨੂੰ देखते रहने, दूसरियां ਦੀ लाइफ 'ਚ इंटरस्ट लेंदे रहने, देखते रहने कि दूजा की कर रहा है की नहीं कर रहा है, ठीक है। लेकिन उसकी बजाय अगर असी खुद का एनालिसिस करिए, खुद को पहचानीए, तो वो अपनी बैटरमेंट के लिए बहुत ही एक वधिया कदम जड़ा है वो साबित होएगा। तो जिवें इस चैप्टर दे विच मैं अलग अलग क्वेश्चनस दिते हुए हैं। क्वेश्चन किहड़ा है, सब तो पहला तो यह है कि मेरे विच किहड़ा इहो जिहा खास गुण है जो मैनू दूजियां नालों अलग करदा है। उस तो बाद मैं डैश हाँ, अगर आपां अपनी खुद नूं पहचानना होवे, एक वर्ड दे विच दसना होवे, हाँ जी, इस तो बाद है कि किहड़ा इहो जिहा कारण है जिहदे करके सारे मेरे तो खुश हुंदे हैं। उस चीज़ का एनालिसिस करो, वो चीज़ देखो भी तुहाडी किहड़ी चीज़ सारे एप्रीशिएट करते हैं, वो तुहाडी ताकत है। जदों भी आपां किसी भी बच्चे की, किसी भी इंसान की शख्सियत की गल करते हैं, तो हर इंसान दे विच कुछ स्ट्रेंथ्स हुंदियां ते कुछ वीकनेसिस हुंदियां। तुसीं अपने आप नूं पहचानना है कि तुहाडी शख्सियत दी स्ट्रेंथ की है, वो किहड़ी चीज़ है जिहड़ी तुहाडी सारे जने पसंद करते हैं। जिहड़ी तुहाडी ताकत हुंदी है वो तुहाडा एक बहुत ही यूजफुल हथियार हुंदा है। लाइफ 'च जदों भी सफल होना है तुसीं अपने चंगे गुणां करके होना हुंदा है। तां जिहड़ी चीज़ तुहाडी स्ट्रेंथ है उन्होंने होर पॉलिश करो, उन्होंने होर मजबूत करो। उस तो बाद देखो
ਕਿ ਤੁਹਾਡੀਆਂ ਵੀਕਨੈਸਸ ਕੀ ਨੇ ਜਾਂ ਤੁਹਾਡੀਆਂ ਕਮਜ਼ੋਰੀਆਂ ਕੀ ਨੇ। ਹੁਣ ਕੋਈ ਵੀ ਇਨਸਾਨ ਆਪਾਂ ਜੇ ਕਹੀਏ ਕਿ ਪਰਫੈਕਟ ਹੈ ਤਾਂ ਨਹੀਂ ਹੈ। ਹਰ ਇਨਸਾਨ ਦੇ ਵਿੱਚ ਚੰਗਾ ਵੀ ਹੈ, ਮਾੜਾ ਵੀ ਹੈ, ਧੁੱਪ ਦੇ ਨਾਲ ਛਾਂ ਜ਼ਰੂਰ ਹੁੰਦੀ ਹੈ। ਜੇਕਰ ਇਨਸਾਨ ਹੈ ਤਾਂ ਉਹਦਾ ਨਾਲ ਪਰਛਾਵਾਂ ਵੀ ਹੈ। ਸੋ ਜੇ ਸਾਡੇ ਵਿੱਚ ਪੋਜ਼ਿਟਿਵ ਗੁਣ ਕੋਈ ਹੈਗਾ ਤਾਂ ਸਾਡੇ 'ਚ ਨੈਗੇਟਿਵ ਵੀ ਜ਼ਰੂਰ ਹੋਏਗਾ, ਹੈ ਨਾ। ਤਾਂ ਜਿਹੜਾ ਵੀ ਨੈਗੇਟਿਵ ਕੋਈ ਗੁਣ ਹੈਗਾ ਉਸ ਗੁਣ ਨੂੰ ਆਪਾਂ ਆਪਣੀ ਕਮਜ਼ੋਰੀ ਮੰਨਦੇ ਹਾਂ। ਜੇਕਰ ਅਸੀਂ ਸਮੇਂ ਰਹਿੰਦੇ ਉਸ ਕਮਜ਼ੋਰੀ ਤੇ ਕਾਬੂ ਕਰਨ ਲਈ ਸਫਲ ਹੋ ਜਾਂਦੇ ਹਾਂ ਤਾਂ ਫਿਰ ਉਹ ਸਾਡੇ ਤੇ ਹਾਵੀ ਨਹੀਂ ਹੁੰਦੀ। ਲੇਕਿਨ ਜੇ ਅਸੀਂ ਆਪਣੇ ਮਨ ਦੇ ਪਿੱਛੇ ਲੱਗ ਕੇ ਆਪਣੀ ਕਮਜ਼ੋਰੀ ਨੂੰ ਆਪਣੇ ਤੇ ਹਾਵੀ ਹੋਣ ਦਿੰਦੇ ਹਾਂ ਤਾਂ ਫਿਰ ਸਾਡੀ ਸ਼ਖਸੀਅਤ ਦਾ ਜਿਹੜਾ ਪੋਜ਼ਿਟਿਵ ਪੱਖ ਹੈ ਉਹ ਵੀ ਕਈ ਵਾਰੀ ਕਮਜ਼ੋਰ ਹੋ ਜਾਂਦਾ ਹੈ। ਕਿਉਂਕਿ ਚੰਗੀ ਗੱਲ ਤਾਂ ਭਾਵੇਂ ਕਿਸੇ ਨੂੰ ਯਾਦ ਰਵੇ ਨਾ ਰਵੇ, ਲੇਕਿਨ ਮਾੜੀ ਗੱਲ ਜ਼ਰੂਰ ਯਾਦ ਰਹਿੰਦੀ ਹੈ। ਹਸਾਏ ਦਾ ਨਾਂ ਨਹੀਂ ਹੁੰਦਾ, ਰਵਾਏ ਦਾ ਜ਼ਰੂਰ ਹੋ ਜਾਂਦਾ ਹੈ। ਸੋ ਜੇ ਤੁਹਾਡੇ 'ਚ ਕੋਈ ਚੰਗੇ ਗੁਣ ਹੈਗੇ ਹੈ ਤਾਂ ਉਹਨਾਂ ਨੂੰ ਇੰਨੇ ਕੁ ਵਧੀਆ ਤਰ੍ਹਾਂ ਦੇ ਨਾਲ ਆਪਣੇ ਵਿੱਚ ਡਿਵੈਲਪ ਕਰੋ, ਹੋਰ ਫਲੋਰਿਸ਼ ਕਰੋ, ਹੋਰ ਪੋਲਿਸ਼ ਕਰੋ, ਹੋਰ ਤਰਾਸ਼ੋ ਆਪਣਾ ਵਾਲਾ ਹੁਨਰ, ਤਾਂ ਕਿ ਕੋਈ ਵੀ ਇਨਸਾਨ ਇਹ ਨਾ ਕਹਿ ਸਕੇ ਕਿ ਇਹਨੂੰ ਮੌਕਾ ਮਿਲਿਆ ਸੀ ਪਰ ਇਹਨੇ ਯੂਜ਼ ਨਹੀਂ ਕੀਤਾ। ਸੋ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਹੈ ਸਵੈ ਦੇ ਨਾਲ ਸੰਬੰਧਿਤ, ਉਹ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ, ਹੁਣ ਕੀ ਹੁੰਦਾ ਹੈ ਕਿ ਹਰ ਇਨਸਾਨ ਦੀ ਆਪਣੀ ਸੋਚ ਹੈ, ਹਰ ਇੱਕ ਦਾ ਆਪਣਾ ਬਿਹੇਵੀਅਰਲ ਪੈਟਰਨ ਹੈ, ਹਰ ਬੰਦਾ ਆਪਣੇ ਢੰਗ ਦੇ ਨਾਲ ਜ਼ਿੰਦਗੀ ਜਿੰਦਾ ਹੈ। ਕੋਈ ਵੀ ਦੋ ਇਨਸਾਨਾਂ ਦੀ ਸੋਚ ਬਿਲਕੁਲ ਸੇਮ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤਾਂ ਇੱਥੇ ਕੁਐਸਚਨ ਇਹ ਹੈ ਕਿ ਆਪਾਂ ਉਹਨਾਂ ਵਿਅਕਤੀਆਂ ਦੇ ਨਾਲ ਤਾਲਮੇਲ ਕਿਵੇਂ ਬਿਠਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ। ਕੀ ਅਸੀਂ ਪਬਲਿਕਲੀ ਉਹਨਾਂ ਦਾ ਵਿਰੋਧ ਕਰਦੇ ਹਾਂ? ਕੀ ਅਸੀਂ ਉਹਨਾਂ ਦੇ ਵਿਰੁੱਧ ਖੁੱਲ੍ਹ ਕੇ ਬੋਲਦੇ ਹਾਂ? ਜਾਂ ਕੀ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਦੇ ਵਿੱਚ ਕੁਛ ਨਾ ਕੁਛ ਡਿਫਰੈਂਟ ਹੈ ਤਾਂ ਆਪਾਂ ਉਹਦੇ ਨਾਲ ਐਡਜਸਟ ਕਰਨਾ ਜ਼ਰੂਰੀ ਹੈ। ਤਾਂ ਇਹ ਸਾਡੀ ਸ਼ਖਸੀਅਤ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ ਕਿ ਆਪਾਂ ਉਹਨਾਂ ਲੋਕਾਂ ਦੇ ਨਾਲ ਕਿਵੇਂ ਡੀਲ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ। ਹਾਂਜੀ, ਕਈ ਬੱਚਿਆਂ ਨੂੰ ਜਦੋਂ ਪੁੱਛੋ ਕਿ ਤੁਸੀਂ ਕੌਣ ਹੋ ਤਾਂ ਕੋਈ ਕਹੇਗਾ ਮੈਂ ਇਮਾਨਦਾਰ ਹਾਂ, ਕੋਈ ਕਹੇਗਾ ਮੈਂ ਸਮੇਂ ਦਾ ਬਹੁਤ ਪਾਬੰਦ ਹਾਂ, ਕੋਈ ਕਹੇਗਾ ਮੈਂ ਬਹੁਤ ਹੁਸ਼ਿਆਰ ਹਾਂ, ਹੈ ਨਾ। ਕਈ ਬੱਚੇ ਕਹਿਣਗੇ ਮੈਂ ਬਹੁਤ ਹੀ ਜ਼ਿਆਦਾ ਭਰੋਸੇਮੰਦ ਹਾਂ। ਸੋ ਹਰ ਬੱਚਾ ਆਪਣੇ ਬਾਰੇ ਕੀ ਸੋਚਦਾ ਹੈ, ਇਹ ਚੀਜ਼ ਇਸ ਕੁਐਸਚਨ ਦੇ ਵਿੱਚ ਪੁੱਛੀ ਹੋਈ ਹੈ ਕਿ ਤੁਸੀਂ ਆਪਣਾ ਐਨਾਲਿਸਿਸ ਕਰੋ ਤੇ ਦੱਸੋ ਕਿ ਤੁਸੀਂ ਕੌਣ ਹੋ। ਸੈਕਿੰਡ ਕੁਐਸਚਨ ਜਿਹੜਾ ਹੈ ਉਹ ਇਹ ਹੈ ਕਿ ਤੁਹਾਡੇ ਜਿਹੜੇ ਘਰ ਦੇ ਮੈਂਬਰ ਹੈ, ਤੁਹਾਡੇ ਫੈਮਿਲੀ ਮੈਂਬਰ ਹੈ, ਉਹ ਤੁਹਾਡੀ ਕਿਸ ਗੱਲ ਤੋਂ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਨੇ। ਕੀ ਤੁਸੀਂ ਬਹੁਤ ਜ਼ਿਆਦਾ ਕੋਆਪਰੇਟਿਵ ਹੋ? ਕੀ ਤੁਸੀਂ ਓਬੀਡੀਐਂਟ ਹੋ, ਆਗਿਆਕਾਰੀ ਹੋ? ਜਾਂ ਕੀ ਤੁਸੀਂ ਕੰਮ ਦੇ ਵਿੱਚ ਹੈਲਪਫੁਲ ਹੋ? ਜਾਂ ਕੀ ਤੁਸੀਂ ਬੋਲਣ ਲੱਗਿਆਂ ਜਾਂ ਸਲੀਕੇ ਦੇ ਨਾਲ ਪੇਸ਼ ਆਉਂਦੇ ਹੋ? ਸੋ ਇਹ ਸਾਰੀਆਂ ਗੱਲਾਂ ਇਹ ਤੈਅ ਕਰਦੀਆਂ ਕਿ ਤੁਹਾਡੇ ਘਰਦਿਆਂ ਦੀ ਨਜ਼ਰ 'ਚ ਤੁਸੀਂ ਕੀ ਹੋ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਕਿ ਕੀ ਅਸੀਂ ਹਮੇਸ਼ਾ ਦੂਜਿਆਂ ਦੀ ਮਦਦ ਦੇ ਲਈ ਤਤਪਰ ਰਹਿੰਦੇ ਹਾਂ? ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ, ਇਨਸਾਨ ਸਮਾਜਿਕ ਪ੍ਰਾਣੀ ਹੈ, ਆਪਾਂ ਹਮੇਸ਼ਾ ਦੂਜਿਆਂ ਤੇ ਡਿਪੈਂਡੈਂਟ ਰਹਿੰਦੇ ਹਾਂ ਕਿਸੇ ਨਾ ਕਿਸੇ ਗੱਲ ਤੋਂ। ਤਾਂ ਕੀ ਅਸੀਂ ਹਮੇਸ਼ਾ ਦੂਜਿਆਂ ਤੋਂ ਮਦਦ ਲੈਣੀ ਹੀ ਸਿੱਖੀ ਹੈ? ਕੀ ਅਸੀਂ ਵੀ ਹਮੇਸ਼ਾ ਮਦਦ ਕਰਨ ਨੂੰ ਤਿਆਰ ਹੁੰਦੇ ਹਾਂ ਜਦੋਂ ਦੂਜਿਆਂ ਨੂੰ ਜ਼ਰੂਰਤ ਹੈ? ਇਹ ਵੀ ਇੱਕ ਬੜਾ ਵੱਡਾ ਇੰਪੋਰਟੈਂਟ ਕੁਐਸਚਨ ਹੈ। ਇਹ ਤੁਹਾਡੀ ਲਾਈਫ ਦਾ ਬੜਾ ਇੱਕ ਪੋਜ਼ਿਟਿਵ ਪੱਖ ਹੋਏਗਾ ਜੇਕਰ ਹਮੇਸ਼ਾ ਦੂਜਿਆਂ ਦੀ ਮਦਦ ਲਈ ਆਪਾਂ ਤਤਪਰ ਰਹਿੰਦੇ ਹਾਂ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਕਿ ਕੋਈ ਵੀ ਨਵਾਂ ਕੰਮ ਜਦੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਨਵਾਂ ਕੰਮ ਸਿੱਖਣ ਦੇ ਵਿੱਚ ਕੀ ਸਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ? ਕੀ ਅਸੀਂ ਨਵਾਂ ਕੰਮ ਸਿੱਖਣ ਲੱਗਿਆਂ ਆਨਾਕਾਨੀ ਤਾਂ ਨਹੀਂ ਕਰਦੇ?
ਕੀ ਅਸੀਂ ਇਹ ਸੋਚ ਲੈਂਦੇ ਹਾਂ, ਪਹਿਲਾਂ ਹੀ ਆਪਣੇ ਆਪ ਨੂੰ ਬਣਾ ਲੈਂਦੇ ਹਾਂ ਕਿ ਨਹੀਂ, ਮੈਂ ਤਾਂ ਇਹ ਕੰਮ ਕਰ ਹੀ ਨਹੀਂ ਸਕਦਾ। ਠੀਕ ਹੈ, ਤਾਂ ਜੇਕਰ ਅਸੀਂ ਕੋਈ ਵੀ ਨਵਾਂ ਕੰਮ ਸਿੱਖਣ ਨੂੰ ਤਿਆਰ ਰਹਿੰਦੇ ਹਾਂ ਤਾਂ ਇਟ ਇਜ਼ ਅ ਬਿਗ ਪੋਜ਼ਿਟਿਵ ਟ੍ਰੇਟ ਇਨ ਆਵਰ ਪਰਸਨੈਲਿਟੀ। ਠੀਕ ਹੈ, ਕਿਉਂਕਿ ਸਮੇਂ ਦੇ ਨਾਲ ਨਾਲ ਆਪਣੀ ਨੌਲੇਜ ਜਿਹੜੀ ਹੈ ਅਪਡੇਟ ਕਰਦੇ ਰਹਿਣਾ ਇਹ ਬਹੁਤ ਜ਼ਰੂਰੀ ਹੁੰਦਾ ਹੈ। ਉਸ ਤੋਂ ਬਾਅਦ ਜੇ ਆਪਣੇ 'ਚ ਇਹ ਗੁਣ ਹੈਗਾ ਕਿ ਅਸੀਂ ਸਮੇਂ ਦੇ ਨਾਲ ਸਿੱਖਣ ਨੂੰ ਤਿਆਰ ਰਹਿੰਦੇ ਹਾਂ, ਤਾਂ ਫਿਰ ਕੀ ਅਸੀਂ ਜੋ ਸਿੱਖਣ ਨੂੰ ਤਿਆਰ ਹੈਗੇ ਹਾਂ ਉਹਦੇ ਲਈ ਯਤਨ ਵੀ ਕਰਦੇ ਹਾਂ ਕਿ ਇਕੱਲੀਆਂ ਗੱਲਾਂ ਹੀ ਕਰਦੇ ਹਾਂ। ਇੱਕ ਤਾਂ ਹੁੰਦਾ ਹੈ ਕਿ ਇਕੱਲੀਆਂ ਗੱਲਾਂ ਬਾਤਾਂ 'ਚ ਕਿ ਹਾਂਜੀ ਜੀ ਅਸੀਂ ਕਰਾਂਗੇ ਜੀ, ਲੇਕਿਨ ਆਪਣੀ ਵੱਲੋਂ ਕੋਈ ਕੋਸ਼ਿਸ਼ ਨਹੀਂ ਕਰਨੀ, ਕੋਈ ਯਤਨ ਨਹੀਂ ਕਰਨਾ, ਉਸ ਦੇ ਵੱਲ ਕੋਈ ਸਟੈਪ ਨਹੀਂ ਲੈਣਾ, ਤਾਂ ਫਿਰ ਇਹੋ ਜਿਹੀ ਸੋਚ ਦਾ ਫਿਰ ਕੋਈ ਫਾਇਦਾ ਨਹੀਂ। ਫਿਰ ਤਾਂ ਇਕੱਲੀਆਂ ਕਿਤਾਬੀ ਗੱਲਾਂ ਹੀ ਰਹਿ ਜਾਂਦੀਆਂ, ਕਿਤਾਬੀ ਗਿਆਨ ਹੀ ਰਹਿ ਗਿਆ ਕਿ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਤੇ ਜਦੋਂ ਮੌਕਾ ਹੁੰਦਾ ਹੈ ਕੋਈ ਕੰਮ ਕਰਨ ਦਾ ਉਦੋਂ ਆਪਾਂ ਜਿਹੜੇ ਆ ਉਹ ਕੋਸ਼ਿਸ਼ ਨਹੀਂ ਕਰਦੇ। ਉਸ ਤੋਂ ਬਾਅਦ ਆਪਾਂ ਕੀ ਅਸੀਂ ਦੂਜਿਆਂ ਦੇ ਨਾਲ ਉਹਨਾਂ ਗੱਲਾਂ ਲਈ ਖੁਸ਼ ਰਹਿੰਦੇ ਹਾਂ ਜੋ ਕਿ ਆਪਣੇ ਹੱਥ 'ਚ ਨਹੀਂ ਹੈ। ਦੂਜਿਆਂ ਦੇ ਨਾਲ ਸਾਡਾ ਵਤੀਰਾ ਕਿਵੇਂ ਦਾ, ਜਿੱਥੇ ਆਪਾਂ ਨੂੰ ਲੱਗਦਾ ਹੈ ਕਿ ਕੋਈ ਵੀ ਸਿਚੁਏਸ਼ਨ ਹੈ, ਮੰਨ ਲਓ ਤੁਸੀਂ ਕਿਤੇ ਗਏ ਹੋ, ਤੁਸੀਂ ਖੇਡ ਦੇ ਮੈਦਾਨ 'ਚੋਂ, ਮੰਨ ਲਓ ਤੁਹਾਡੇ ਕੋਲ ਇੱਕ ਤੁਹਾਡਾ ਕੈਪਟਨ ਹੈ ਉਸ ਟੀਮ ਦਾ, ਤਾਂ ਕੀ ਤੁਸੀਂ ਉਸ ਟੀਮ ਦੇ ਕੈਪਟਨ ਦੀ ਨੂੰ ਫੋਲੋ ਕਰੋਗੇ ਜਾਂ ਤੁਸੀਂ ਕਹੋਗੇ ਵੀ ਨਹੀਂ ਮੈਂ ਤਾਂ ਆਪਣੀ ਮਰਜ਼ੀ ਨਾਲ ਚੱਲਦਾ। ਸੋ ਉਹ ਵੀ ਜਿਹੜਾ ਹੈ ਉਹ ਇੱਕ ਬੜਾ ਵੱਡਾ ਪੋਜ਼ਿਟਿਵ ਟ੍ਰੇਟ ਹੁੰਦਾ ਹੈ ਕਿ ਕੀ ਅਸੀਂ ਦੂਜਿਆਂ ਦੇ ਨਾਲ ਮਿਲ ਕੇ ਚੱਲਦੇ ਹਾਂ ਤੇ ਕੀ ਇਹੋ ਜਿਹੀ ਸਿਚੁਏਸ਼ਨ 'ਚ ਐਡਜਸਟ ਕਰ ਲੈਂਦੇ ਹਾਂ ਜਿਹੜੀਆਂ ਸਿਚੁਏਸ਼ਨਸ ਆਪਣੇ ਹੱਥ ਵਿੱਚ ਨਹੀਂ ਹੁੰਦੀਆਂ। ਤਾਂ ਇਹ ਸਾਰੀਆਂ ਚੀਜ਼ਾਂ ਨੇ। ਫਿਰ ਜੇ ਕੋਈ ਕਮੀ ਆਪਣੇ 'ਚ ਪਾਈ ਜਾਂਦੀ ਹੈ ਤਾਂ ਕੀ ਅਸੀਂ ਉਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਆਪਾਂ ਕਿੰਨੇ ਕੁ ਯਤਨਸ਼ੀਲ ਰਹਿੰਦੇ ਹਾਂ, ਕਿੰਨੇ ਕੁ ਤਤਪਰ ਰਹਿੰਦੇ ਹਾਂ ਕਿ ਆਪਣੀ ਜਿਹੜੀ ਕਮੀ ਹੈ ਉਹਨੂੰ ਦੂਰ ਕਰੀਏ। ਤਾਂ ਇੱਥੇ ਬਹੁਤ ਹੀ ਮਹੱਤਵਪੂਰਨ ਗੱਲ ਹੈ। ਉਸ ਤੋਂ ਬਾਅਦ ਇੱਕ ਕੁਐਸਚਨ ਇਹ ਆ ਜਾਂਦਾ ਹੈ ਕਿ ਮੰਨ ਲਓ ਤੁਸੀਂ ਕਿਸੇ ਤੋਂ ਕੋਈ ਤੁਹਾਡਾ ਬਹੁਤ ਅੱਛਾ ਦੋਸਤ ਹੈ, ਸਹੇਲੀ ਹੈ ਨਾ, ਲੇਕਿਨ ਜਦੋਂ ਪ੍ਰੀਖਿਆ ਹੁੰਦੀ ਹੈ ਉਹ ਤੁਹਾਡੇ ਤੋਂ ਵੱਧ ਮਾਰਕਸ ਲੈ ਜਾਂਦੇ ਆ ਸਪੋਜ਼, ਤਾਂ ਵਟ ਵਿਲ ਯੂ ਫੀਲ? ਕੀ ਤੁਸੀਂ ਤੁਹਾਡੇ ਦਿਲ 'ਚ ਜੈਲਸੀ ਦੀ ਫੀਲਿੰਗ ਆਉਂਦੀ ਹੈ ਜਾਂ ਤੁਸੀਂ ਇਹ ਅਸੈਪਟ ਕਰਦੇ ਹੋ ਕਿ ਹਾਂ ਸ਼ੀ ਔਰ ਹੀ ਡਿਜ਼ਰਵਸ? ਇਹ ਜਿਹੜੀ ਚੀਜ਼ ਹੈ ਇਹ ਵੀ ਤੁਹਾਨੂੰ ਤੁਹਾਡਾ ਆਪਣਾ ਆਪ ਪਹਿਚਾਨਣ 'ਚ ਹੈਲਪ ਕਰਦੀ ਹੈ। ਜੇ ਤੁਸੀਂ ਇਹ ਚੀਜ਼ ਡਿਵੈਲਪ ਨਹੀਂ ਕਰ ਪਾਉਂਦੇ, ਤੁਸੀਂ ਉਸ ਚੀਜ਼ ਨੂੰ ਸਵੀਕਾਰ ਨਹੀਂ ਕਰ ਪਾਉਂਦੇ ਕਿ ਹਾਂ ਉਹ ਤੁਹਾਡੇ ਤੋਂ ਬੈਟਰ ਹੈ, ਤਾਂ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੀ ਪਰਸਨੈਲਿਟੀ 'ਚ ਕਮਜ਼ੋਰੀ ਹੈ। ਤਾਂ ਇਹਨਾਂ ਚੀਜ਼ਾਂ ਦਾ ਜਿਹੜੀਆਂ ਹਿਡਨ ਆਪਣੇ ਮਨ ਦੇ ਦੀਆਂ ਭਾਵਨਾਵਾਂ ਨੇ, ਇਹਨਾਂ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੈ। ਸਿਰਫ ਤੇ ਸਿਰਫ ਤਾਂ ਹੀ ਆਪਾਂ ਦੂਜਿਆਂ ਦੇ ਨਾਲ ਅੱਛੀ ਤਰ੍ਹਾਂ ਵਿਚਰਦੇ ਹਾਂ। ਕੁਐਸਚਨ ਇਹ ਹੈ ਕਿ ਆਪਣਾ ਆਪ ਪਹਿਚਾਨਣਾ ਜ਼ਰੂਰੀ ਕਿਉਂ ਹੈ? ਦੇਖੋ ਬੇਟਾ, ਜਿਵੇਂ ਅੱਜ ਕੱਲ੍ਹ ਮੁਕਾਬਲੇ ਦਾ ਦੌਰ ਚੱਲ ਰਿਹਾ ਹੈ, ਜੇਕਰ ਅਸੀਂ ਇਸ ਯੁੱਗ ਦੇ ਵਿੱਚ ਸਮੇਂ ਦੇ ਹਾਣੀ ਬਣਨਾ ਹੈ ਤਾਂ ਸਾਨੂੰ ਆਪਣੀਆਂ ਪੋਟੈਂਸ਼ੀਅਲਸ, ਆਪਣੀਆਂ ਵੀਕਨੈਸਿਸ, ਆਪਣੀਆਂ ਸਟਰੈਂਥਸ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਤੋਂ ਬਿਨਾਂ ਆਪਾਂ ਕਿਤੇ ਵੀ ਸਟੈਂਡ ਨਹੀਂ ਕਰ ਪਾਉਂਦੇ। ਇੱਥੇ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਘਟਨਾ ਸੁਣਾਉਂਗੀ। ਕਿਤੇ ਮੈਂ ਪੜ੍ਹ ਰਹੀ ਸੀਗੀ, ਤੁਸੀਂ ਸੁਣਿਆ ਹੋਏਗਾ ਐਕਟਰ ਅਮਿਤਾਭ ਬੱਚਨ ਦਾ ਨਾਮ ਸੁਣਿਆ? ਤਾਂ ਅਮਿਤਾਭ ਬੱਚਨ ਕਹਿੰਦੇ ਕਿ ਮੈਂ ਇੱਕ ਵਾਰ ਇੱਕ ਸਫ਼ਰ ਕਰ ਰਿਹਾ ਸੀ ਪਲੇਨ 'ਚ, ਅਤੇ ਮੇਰੇ ਨਾਲ ਕੋਈ ਬੈਠੇ ਹੋਏ ਸੀ ਅਤੇ ਉਹ ਆਪਣੇ 'ਚ ਮਸਤ ਸੀਗੇ, ਮੇਰੇ ਵੱਲ ਧਿਆਨ ਹੀ ਨਹੀਂ ਦੇ ਰਹੇ ਸੀ। ਕਹਿੰਦੇ ਮੈਂ ਸੋਚਿਆ ਕਿ ਮੈਂ ਇੰਨਾ ਵੱਡਾ ਐਕਟਰ, ਤਾਂ ਇਹ ਮੈਨੂੰ ਕੁਛ ਮੇਰੀ ਪਰਵਾਹ ਹੀ ਨਹੀਂ। ਉਹਨਾਂ ਨੂੰ ਆਦਤ ਸੀ ਕਿ VIP ਟ੍ਰੀਟਮੈਂਟ ਦੀ, ਤਾਂ ਪਰ ਉਹਨਾਂ ਨੇ ਦੇਖਿਆ ਕਿ ਇਹ ਇਨਸਾਨ ਤਾਂ ਮੇਰੇ ਵੱਲ ਦੇਖ ਹੀ ਨਹੀਂ ਰਹੇ, ਤਾਂ ਉਹਨਾਂ ਨੇ ਫਿਰ ਗੱਲਬਾਤ ਸ਼ੁਰੂ ਕਰ ਦਿੱਤੀ ਔਰ ਆਪਣੀ ਇੰਟਰੋਡਕਸ਼ਨ ਦੇਣੀ ਸ਼ੁਰੂ ਕਰ ਦਿੱਤੀ ਕਿ ਮੈਂ ਅਮਿਤਾਭ ਬੱਚਨ, ਮੈਂ ਫਿਲਮਾਂ ਦਾ ਐਕਟਰ, ਮੈਂ ਇਹ ਮੈਂ ਉਹ। ਤਾਂ ਕਹਿੰਦੇ ਕਿ ਥੋੜ੍ਹੀ ਦੇਰ ਬਾਅਦ ਹੀ ਜਦੋਂ ਉਸ ਇਨਸਾਨ ਨੇ ਪਲਟ ਕੇ ਜਵਾਬ ਦਿੱਤਾ, ਕਹਿੰਦਾ I am JRD ਟਾਟਾ, ਤਾਂ ਉੱਥੇ ਫਿਰ ਹੀ ਫੈਲਟ ਐम्बैरेस्ड। ਤਾਂ ਕਹਿੰਦੇ ਕਿ ਕੋਈ ਵੀ ਇਨਸਾਨ ਜੇ ਸੋਚਦਾ ਹੈ ਕਿ ਮੈਂ ਪਰਫੈਕਟ ਹੋਣ ਦੀ
ਸਥਿਤੀ 'ਚ ਪਹੁੰਚ ਗਿਆ ਤੇ ਹੁਣ ਮੇਰਾ ਕੋਈ ਸਾਨੀ ਨਹੀਂ ਹੈ, ਤੇ ਬਿਲਕੁਲ ਗਲਤ ਹੈ। ਕੋਈ ਨਾ ਕੋਈ ਕਿਤੇ ਨਾ ਕਿਤੇ ਤੁਹਾਡੇ ਤੋਂ ਉੱਪਰ ਜ਼ਰੂਰ ਹੁੰਦਾ ਹੈ। ਤਾਂ ਆਪਾਂ ਜੇਕਰ ਆਪਣਾ ਸਵੈ ਪਹਿਚਾਣਦੇ ਹਾਂ, ਅਗਰ ਆਪਾਂ ਆਪਣੀਆਂ ਕੈਲੀਬਰ ਪਹਿਚਾਣਦੇ ਹਾਂ, ਅਗਰ ਆਪਣੇ ਆਪ ਨੂੰ ਸਹੀ ਤਰ੍ਹਾਂ ਨਾਲ ਜਾਣਦੇ ਹਾਂ, ਤਾਂ ਸਿਰਫ ਤਾਂ ਹੀ ਅਸੀਂ ਉਸ ਮੁਕਾਬਲੇ ਤੱਕ ਪਹੁੰਚ ਪਾਉਂਦੇ ਹਾਂ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਸਹੀ ਜੋ ਸਾਡਾ ਸਵੈ ਹੈ ਉਹਨੂੰ ਪਹਿਚਾਨੀਏ। ਕਿਤੇ ਅਸੀਂ ਇਸੇ ਵਿੱਚ ਨਾ ਰਹਿ ਜਾਈਏ, ਇਸੇ ਗੁਮਾਨ 'ਚ ਹੀ ਨਾ ਰਹਿ ਜਾਈਏ ਕਿ ਅਸੀਂ ਤਾਂ ਬਹੁਤ ਵਧੀਆ ਹੈ ਔਰ ਸਾਡਾ ਜਿਹੜਾ ਹੈ ਕੋਈ ਮੁਕਾਬਲਾ ਨਹੀਂ ਹੈ।
ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਸੈਸ਼ਨ ਜਿਹੜਾ ਹੈ ਇਹ ਲਾਹੇਵੰਦ ਲੱਗਿਆ ਹੋਵੇਗਾ। ਜੇਕਰ ਹਾਲਾਤ ਨੋਰਮਲ ਹੁੰਦੇ, ਕਲਾਸਿਸ ਚੱਲ ਰਹੀਆਂ ਹੁੰਦੀਆਂ, ਫਿਰ ਅਸੀਂ ਇਹਦੀਆਂ ਜਿਹੜੀਆਂ ਐਕਟੀਵਿਟੀ ਸੀਗੀਆਂ ਉਹ ਕਲਾਸ 'ਚ ਪਰਫਾਰਮ ਕਰਵਾਉਂਦੇ ਔਰ ਤੁਹਾਡਾ ਜਿਹੜਾ ਰਿਸਪੌਂਸ ਸੀਗਾ ਉਹ ਰਿਕਾਰਡ ਕਰਦੇ ਔਰ ਤੁਹਾਡੇ ਲਈ ਜ਼ਿਆਦਾ ਹੈਲਪਫੁਲ ਸਾਬਿਤ ਹੋ ਪਾਉਂਦੇ। ਲੇਕਿਨ ਕਿਉਂਕਿ ਅੱਜ ਕੱਲ੍ਹ ਆਨਲਾਈਨ ਮੋਡ ਤੋਂ ਪੜ੍ਹਾਈ ਹੋ ਰਹੀ ਹੈ, ਸੋ ਇਸ ਕਰਕੇ ਫਿਰ ਵੀ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਤੁਹਾਡੇ ਤੱਕ ਅਪਰੋਚ ਕਰੀਏ, ਤੁਹਾਨੂੰ ਗਾਈਡ ਕਰੀਏ ਔਰ ਤੁਹਾਨੂੰ ਹੈਲਪ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜ਼ਿੰਮੇਵਾਰ ਨਾਗਰਿਕ ਕਿਵੇਂ ਬਣਨਾ ਹੈ ਜਾਂ ਤੇ ਆਪਣੀ ਪਰਸਨੈਲਿਟੀ ਟ੍ਰੇਟਸ ਜਿਹੜੀਆਂ ਨੇ ਉਹ ਕਿਵੇਂ ਤੁਸੀਂ ਡਿਵੈਲਪ ਕਰਨੀ ਹੈ। ਥੈਂਕ ਯੂ।